In today's class, we will discuss some question related to your hydrocarbon chapter. So let's start with your first question. So your first question is the decreasing order of boiling point is। ਤਾਂ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਤੁਹਾਡਾ boiling point ਹੈ ਉਹ ਕਿਹੜੇ-ਕਿਹੜੇ ਫੈਕਟਰਸ ਤੇ ਡਿਪੈਂਡ ਕਰਦਾ ਹੈ। ਦੇਖੋ boiling point ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ ਤੁਹਾਡੇ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨਸ ਤੇ। ਜਿੰਨਾ ਜ਼ਿਆਦਾ ਤੁਹਾਡਾ ਸਟਰੋਂਗ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨਸ ਹੋਣਗੀਆਂ ਓਨਾ ਹੀ boiling point ਕੀ ਹੋਏਗਾ ਤੁਹਾਡਾ ਜ਼ਿਆਦਾ ਸਟਰੋਂਗ ਹੋਏਗਾ। ਜਿੰਨਾ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ ਜ਼ਿਆਦਾ ਹੋਣਗੀਆਂ boiling point ਓਨਾ ਹੀ ਜ਼ਿਆਦਾ ਕੀ ਹੁੰਦਾ ਹੈ ਤੁਹਾਡਾ ਸਟਰੋਂਗ ਹੁੰਦਾ ਹੈ। ਨਾਓ ਇਟ ਡਿਪੈਂਡਸ ਕਿ ਜੋ ਤੁਹਾਡਾ ਗਿਵਨ ਮੋਲੀਕਿਊਲ ਹੈ ਉਹ ਤੁਹਾਡਾ ਪੋਲਰ ਹੈ ਜਾਂ ਤੁਹਾਡੇ ਕੀ ਨੇ ਤੁਹਾਡੇ ਮੋਲੀਕਿਊਲ ਨੌਨ ਪੋਲਰ ਨੇਚਰ ਦੇ ਹੁੰਦੇ ਨੇ। ਤਾਂ ਦੇਖੋ ਅਗਰ ਮੋਲੀਕਿਊਲ ਤੁਹਾਡੇ ਪੋਲਰ ਨੇ ਤਾਂ ਉਹਨਾਂ ਵਿੱਚ ਕੀ ਇੰਡਿਊਸ ਹੁੰਦਾ ਹੈ ਡਾਈਪੋਲ ਡਾਈਪੋਲ ਇੰਟਰੈਕਸ਼ਨਸ ਲੱਗਦੀਆਂ ਨੇ। डाइपोल डाइपोल इंटरेक्शंस ऑपरेट ਹੁੰਦੀਆਂ ਨੇ बट फॉर योर नॉन पोलर ਮੋਲੀਕਿਊਲਸ ਆਪਾਂ ਕੀ ਕੰਸੀਡਰ ਕਰਦੇ ਹਾਂ ਤੁਹਾਡੇ ਵੌਂਡਰ ਵਾਲ ਇੰਟਰੈਕਸ਼ਨਸ ਕੀ ਕੰਸੀਡਰ ਕਰਦੇ ਹਾਂ ਤੁਹਾਡੀਆਂ ਵੌਂਡਰ ਵਾਲ ਇੰਟਰੈਕਸ਼ਨਸ ਐਂਡ ਜੋ ਤੁਹਾਡੀਆਂ ਵੌਂਡਰ ਵਾਲ ਇੰਟਰੈਕਸ਼ਨਸ ਹੁੰਦੀਆਂ ਨੇ ਦੇ ਮੇਅਰਲੀ ਡਿਪੈਂਡਸ ਅਪਨ ਯੂਅਰ ਮੋਲੀਕੂਲਰ ਮਾਸ। ਜਿਸ ਦਾ ਮੋਲੀਕੂਲਰ ਮਾਸ ਜ਼ਿਆਦਾ ਹੁੰਦਾ ਹੈ ਉਸ ਦੇ ਵਿੱਚ ਵੌਂਡਰਵਾਲ ਅਟਰੈਕਸ਼ਨਸ ਉਨੀਆਂ ਹੀ ਜ਼ਿਆਦਾ ਹੁੰਦੀਆਂ ਨੇ ਬਿਕੋਜ਼ ਜੋ ਤੁਹਾਡੀਆਂ ਵੌਂਡਰਵਾਲ ਫੋਰਸਿਸ ਹੁੰਦੀਆਂ ਨੇ ਜਸਟ ਫਿਜ਼ੀਕਲ ਇੰਟਰੈਕਸ਼ਨ ਹੁੰਦੀ ਹੈ ਜੋ ਕਿ ਤੁਹਾਡੇ ਸਰਫੇਸ ਤੇ ਹੁੰਦੀ ਹੈ ਤੇ ਆਪਾਂ ਜਿੰਨਾ ਮੋਲੀਕਿਊਲ ਨੂੰ ਜਿੰਨਾ ਜ਼ਿਆਦਾ ਸਰਫੇਸ ਪ੍ਰੋਵਾਈਡ ਕਰਦੇ ਹਾਂ ਓਨਾ ਹੀ ਆਪਣੀਆਂ ਵੌਂਡਰਵਾਲ ਜੋ ਇੰਟਰੈਕਸ਼ਨਸ ਹੁੰਦੀਆਂ ਨੇ ਇਨ ਕੇਸ ਆਫ ਨੌਨ ਪੋਲਰ ਮੋਲੀਕਿਊਲਸ ਉਹ ਓਨੀਆਂ ਹੀ ਜ਼ਿਆਦਾ ਸਟਰੋਂਗ ਹੁੰਦੀਆਂ ਨੇ ਜਿਸ ਕਰਕੇ ਬੋਇਲਿੰਗ ਪੁਆਇੰਟ ਕੀ ਹੁੰਦਾ ਹੈ ਤੁਹਾਡਾ ਸਟਰੋਂਗ ਹੋ ਜਾਂਦਾ ਹੈ। ਨੈਕਸਟ ਇੱਕ ਇੰਪੋਰਟੈਂਟ ਪੁਆਇੰਟ ਦੂਸਰਾ ਕੀ ਹੈ ਕਿ ਬ੍ਰਾਂਚਿੰਗ ਦੇ ਨਾਲ ਅਗਰ ਤੁਹਾਡਾ ਮੋਲੀਕਿਊਲ ਹੈ ਅਗਰ ਉਹਦੇ ਵਿੱਚ ਨੰਬਰ ਆਫ ਕਾਰਬਨ ਐਟਮ ਸੇਮ ਨੇ ਮੋਲੀਕੂਲਰ weight ਸੇਮ ਹੈ ਬਟ ਬ੍ਰਾਂਚਡ ਆਈਸੋਮਰਸ ਨੇ ਤਾਂ ਬ੍ਰਾਂਚਿੰਗ ਦੇ ਨਾਲ ਥੋੜਾ ਸਰਫੇਸ ਏਰੀਆ ਕੀ ਹੁੰਦਾ ਹੈ ਡਿਕਰੀਜ਼ ਕਰਦਾ ਹੈ ਐਂਡ ਅਗਰ ਸਰਫੇਸ ਏਰੀਆ ਡਿਕਰੀਜ਼ ਕਰਦਾ ਹੈ ਤਾਂ ਵੌਂਡਰਵਾਲ ਜੋ ਫੋਰਸਿਸ ਹੁੰਦੀਆਂ ਨੇ ਉਹ ਵੀ ਤੁਹਾਡੀਆਂ ਕੀ ਕਰਦੀਆਂ ਨੇ ਡਿਕਰੀਜ਼ ਕਰਦੀਆਂ ਨੇ। ਤਾਂ ਤੁਸੀਂ ਇਹ ਦੋ ਤਿੰਨ ਪੁਆਇੰਟਸ ਨੂੰ ਧਿਆਨ ਵਿੱਚ ਰੱਖ ਕੇ ਇਸ ਕੁਐਸਚਨ ਦਾ ਆਨਸਰ ਕਰਨਾ ਹੈ। ਤਾਂ ਦੇਖੋ ਇਸ ਗਿਵਨ ਕੁਐਸਚਨ ਦੇ ਵਿੱਚ ਤੁਹਾਨੂੰ ਪੈਂਟੇਨ ਨॉर्मल ਪੈਂਟੇਨ ਆਈਸੋਪੈਂਟੇਨ ਤੇ ਨਿਓਪੈਂਟੇਨ ਦੀ ਗੱਲ ਕੀਤੀ ਗਈ ਹੈ। ਪੈਂਟੇਨ ਤੁਹਾਡਾ ਹਾਈਡਰੋਕਾਰਬਨ ਹੈ ਵਿਚ ਇਜ਼ ਯੂਰ ਨॉन ਪੋਲਰ ਐਂਡ ਨॉन ਪੋਲਰ ਦੇ ਲਈ ਆਪਾਂ ਵੌਂਡਰਵਾਲ ਇੰਟਰੈਕਸ਼ਨ ਨੂੰ ਕੀ ਕਰਦੇ ਹਾਂ कंसीडर करते हैं। तो देखो तीनों जो गिवन कंपाउंड्स ने दैट आर आइसोमर है ने देखो पहला है थोड़ा एन पेंटेन दैट इज योर नॉर्मल 5 चेन जो है थोड़ी स्ट्रेट चेन है 5 नंबर कार्बन की। नेक्स्ट है थोड़ा आइसोपेंटेन दिस स्ट्रक्चर इज नोन एज योर आइसोपेंटेन। नेक्स्ट है योर नियोपेंटेन नियोपेंटेन ਦੇ ਵਿੱਚ ਕੀ ਹੁੰਦਾ ਥੋੜਾ ਕੁਆਟਰਨਰੀ ਕਾਰਬਨ ਪ੍ਰੈਜ਼ੈਂਟ ਹੁੰਦਾ ਹੈ। ਤਾਂ ਤੁਸੀਂ ਦੇਖੋ ਪੰਜ ਜੋ ਤੁਹਾਡੇ ਤਿੰਨੇ ਸਟਰਕਚਰਸ ਨੇ ਉਹਨਾਂ ਵਿੱਚ ਪੰਜ ਹੀ ਕਾਰਬਨ ਨੇ एंड हाइड्रोजन भी सेम है मॉलिक्यूलर मास सेम है बट फर्क किसदा है थोड़ी ब्रांचिंग का। ਤਾਂ ਨਿਓਪੈਂਟੇਨ ਦੇ ਵਿੱਚ ਸਭ ਤੋਂ ਜ਼ਿਆਦਾ ਬ੍ਰਾਂਚਿੰਗ ਪ੍ਰੈਜ਼ੈਂਟ ਹੋਣ ਕਰਕੇ ਇਸ ਦਾ ਸਰਫੇਸ ਏਰੀਆ ਸਭ ਤੋਂ ਘੱਟ ਹੋਏਗਾ ਜਿਸ ਕਰਕੇ ਇਸ ਦਾ ਜੋ ਵੌਂਡਰਵਾਲ ਫੋਰਸਿਸ ਹੋਣਗੀਆਂ ਸਭ ਤੋਂ ਘੱਟ ਹੋਣਗੀਆਂ। ਤਾਂ ਇਸ ਦਾ ਆਨਸਰ ਕੀ ਆਏਗਾ ਤੁਹਾਡਾ ਏ ਆਪਸ਼ਨ। ਇਸ ਦਾ ਆਨਸਰ ਕੀ ਆਏਗਾ ਤੁਹਾਡਾ ਏ ਆਪਸ਼ਨ। नेक्स्ट your next question is question number 2 idoethane reacts with your sodium in the presence of your dry ether the product is। ਸਭ ਤੋਂ ਪਹਿਲਾਂ ਦੇਖੋ that is a naming reaction ਜਿਸ ਨੂੰ ਆਪਾਂ ਬੋਲਦੇ ਹਾਂ ਤੁਹਾਡੀ ਵੁਡਸ ਰਿਐਕਸ਼ਨ ਐਂਡ ਜੋ ਵੁਡਸ ਰਿਐਕਸ਼ਨ ਹੁੰਦੀ ਹੈ ਇਹਦੇ ਵਿੱਚ ਜੋ ਜਨਰਲ ਮੈਕੈਨਿਜ਼ਮ ਹੁੰਦਾ ਹੈ that is your free radical mechanism। ਦੇਖੋ ਰਿਐਕਸ਼ਨ ਹੁੰਦੀ ਕਿ ਇਸ ਨੂੰ ਸਮਝਦੇ ਹਾਂ ਇਹਦੇ ਵਿੱਚ ਕੀ ਹੁੰਦੇ ਨੇ ਤੁਹਾਡੇ ਦੇਖੋ ਆਈਡੋ ਤੁਹਾਡੇ ਕੋਲ ਆਈਡੋਈਥੇਨ ਦਿੱਤਾ ਹੈ ਤਾਂ ਆਈਡੋਈਥੇਨ ਜਦੋਂ ਤੁਹਾਡਾ ਸੋਡੀਅਮ ਦੇ 2 ਮੋਲ ਸੋਡੀਅਮ ਦੇ ਨਾਲ ਰਿਐਕਟ ਕਰਦਾ ਹੈ ਤਾਂ ਇੱਥੇ ਕੀ ਹੁੰਦਾ ਹੈ ਤੁਹਾਡਾ ਸੋਡੀਅਮ ਆਇਓਡਾਈਡ ਕੀ ਹੁੰਦਾ ਹੈ ਬਾਹਰ ਨਿਕਲ ਜਾਂਦਾ ਹੈ। ਧਿਆਨ ਰੱਖਣਾ ਜਦ ਵੀ ਤੁਹਾਨੂੰ ਕੋਈ ਅਲਕਲੀ ਮੈਟਲ ਤੇ ਹੈਲਾਈਡ ਦਿਖਦਾ ਹੈ ਤਾਂ ਤੁਸੀਂ ਐਲਕਲੀ ਮੈਟਲ ਤੇ ਹੈਲਾਈਡ ਦਾ ਜੋ ਬੌਂਡ ਹੁੰਦਾ ਹੈ ਬਹੁਤ ਹੀ ਜ਼ਿਆਦਾ ਸਟਰੋਂਗ ਹੁੰਦਾ ਹੈ ਉਸ ਨੂੰ ਤੁਸੀਂ ਬਾਹਰ ਨਿਕਾਲ ਦੇਣਾ ਹੈ। ਤਾਂ ਦੇਖੋ ਬਚ ਕੀ ਗਿਆ ਤੁਹਾਡਾ ਇੱਧਰ ਵੀ ਇਥਾਈਲ ਗਰੁੱਪ ਹੈ ਇੱਧਰ ਵੀ ਇਥਾਈਲ ਗਰੁੱਪ ਹੈ ਤਾਂ ਇਥਾਈਲ ਇਥਾਈਲ ਦੇ ਨਾਲ ਐਡ ਹੋ ਜਾਏਗਾ ਐਂਡ देयर विल बी अ formation of your butane। So this reaction is known as your Woods reaction and that occurs in the presence of your sodium in the presence of ether with your haloalkane। ਇਹਦੇ ਵਿੱਚ ਕੀ ਹੁੰਦਾ ਹੈ ਤੁਹਾਡਾ ਜੋ ਸੋਡੀਅਮ ਮੈਟਲ ਹੈ ਉਹ ਤੁਹਾਡੇ ਹੈਲੋਜਨ ਦੇ ਨਾਲ ਰਿਐਕਟ ਕਰਕੇ ਐਲਕਾਈਲ ਹੈਲਾਈਡ ਦੇ ਫਾਰਮ ਦੇ ਵਿੱਚ ਤੁਹਾਡਾ ਬਾਹਰ ਨਿਕਲ ਜਾਂਦਾ ਹੈ। ਅਲਕਲੀ ਹੈਲਾਈਡ ਦੇ ਮੈਟਲ ਜੋ ਅਲਕਲੀ ਮੈਟਲ ਤੁਸੀਂ ਯੂਜ਼ ਕਰਦੇ ਹੋ ਉਸ ਦਾ ਹੈਲੋਜਨ
जो नाल अटैच होके बाहर निकल जाता है एंड जो रिमेनिंग जो थोड़ा हाइड्रोकार्बन पार्ट है वो आपस ਦੇ ਵਿੱਚ ਅਟੈਚ ਹੋ ਕੇ ਤੁਹਾਡੇ ਕੰਪਾਊਂਡ ਦੀ ਫਾਰਮੇਸ਼ਨਸ ਕਰਦੇ ਨੇ। ਇੱਕ ਪੁਆਇੰਟ ਹੋਰ ਧਿਆਨ ਰੱਖਣਾ, ਜੋ ਤੁਹਾਡੀ ਵੁਡਸ ਰਿਐਕਸ਼ਨ ਹੈ that is very important for the formation of only and only symmetrical hydrocarbon। ਇਸ ਦੇ ਨਾਲ ਤੁਸੀਂ symmetrical ਜੋ ਹਾਈਡਰੋਕਾਰਬਨ ਨੇ ਉਹਨਾਂ ਨੂੰ ਬਹੁਤ ਹੀ ਅੱਛੀ ਤਰ੍ਹਾਂ prepare ਕਰ ਸਕਦੇ ਹੋ and that is the best method for the preparation of your symmetrical hydrocarbon। unsymmetrical hydrocarbons ਨੂੰ ਆਪਾਂ ਵੁਡਸ ਰਿਐਕਸ਼ਨ ਦੇ ਨਾਲ ਅੱਛੀ ਤਰ੍ਹਾਂ prepare ਨਹੀਂ ਕਰ ਸਕਦੇ। ਤਾਂ ਇੱਥੇ ਆਨਸਰ ਆਏਗਾ ਤੁਹਾਡਾ ਡੀ ਆਪਸ਼ਨ। Next, the propene reacts with your HBr to form। देखो propene की है थोड़ा, this is the structure of your propene and when it reacts with your HBr देखो ते प्रोडक्ट की बनेगा। ध्यान रखना थे एडिशन होती है मार्कोनिक ऑफ एडिशन। what does the marconic of addition says? पहला मतलब समझ लेने हैं रूल की कहता है, फिर आप कंसेप्ट भी समझांगे। मार्कोनिक ऑफ रूल की कहता है कि कोई भी दो थोड़ा रीजेंट है, रीजेंट दा पॉजिटिव पार्ट, रीजेंट दा पॉजिटिव पार्ट अटैक करता है उस डबल बॉन्डेड कार्बन पे, अटैक ऑन दैट डबल बॉन्डेड कार्बन, उस डबल बॉन्डेड कार्बन पे अटैक करता है जिस ऊपर ज्यादा हाइड्रोजन एटम प्रेजेंट होंगे ने, कंटेन मैक्सिमम नंबर ऑफ हाइड्रोजन एटम, मैक्सिमम नंबर ऑफ हाइड्रोजन एटम। तो देखो इस गिवन रीजन ਦੇ ਵਿੱਚ H डेल्टा पॉजिटिव है, Br डेल्टा नेगेटिव है बिकॉज ब्रोमीन इज मोर इलेक्ट्रोनेगेटिव एज कंपेयर टू योर हाइड्रोजन। ਹੁਣ देखो डबल बॉन्डेड कार्बन ही है तो एज पर द रूल जो थोड़ा पॉजिटिव पार्ट है वो कितने अटैक करेगा जिथे हाइड्रोजन ज्यादा ने। तो देखो सैकेंड नंबर कार्बन ते थोड़े दो हाइड्रोजन प्रेजेंट ने जबकि फर्स्ट का डबल बॉन्डेड कार्बन ते थोड़ा एक हाइड्रोजन प्रेजेंट है। तो पॉजिटिव पार्ट कितने अटैक करेगा थोड़ा सेकंड नंबर कार्बन पे एंड जो नेगेटिव पार्ट है दैट विल अटैक एट योर फर्स्ट कार्बन। सो दैट इज द मार्कोनिक ऑफ एडिशन एंड जो थोड़ा प्रोडक्ट बनेगा दैट इज योर टू ब्रोमो, देखो 1 2 3, दैट इज योर टू ब्रोमो प्रोपेन। दैट आंसर की बनेगा थोड़ा डी ऑप्शन, दैट इज द मार्कोनिक ऑफ रूल। देखो नेक्स्ट अगर मार्कोनिक ऑफ रूल नहीं भी पता तो तुम इस क्वेश्चन को कितना करना है। देखो जो थोड़ी एल्कीन है, एल्कीन का मतलब की है डबल बॉन्ड है, दैट इज अ इलेक्ट्रॉन रिच सिस्टम, दैट इज अ इलेक्ट्रॉन रिच सिस्टम एंड जो चीज इलेक्ट्रॉन रिच होंगी है उसने अटैक कितने करना है दैट इज इलेक्ट्रॉन डेफिशिएंट ते। तो इलेक्ट्रॉन डेफिशिएंट देखो इन्हां विच किहड़ा है थोड़ा हाइड्रोजन, तो डबल बॉन्ड ने सब तो पहला थोड़े इलेक्ट्रॉन डेफिशिएंट स्पीस ते अटैक करना है। ਹੁਣ देखो क्वेश्चन ये आता है ਜਦੋਂ इसने अटैक किया तो H पॉजिटिव किस कार्बन पे जाएगा। देखो आप दोनों जो दोनों पॉसिबिलिटीज ने उन्होंने ड्रॉ करते हैं। फर्स्ट पॉसिबिलिटी है कि अगर थोड़ा डेल्टा पॉजिटिव जो हाइड्रोजन है थोड़ी फर्स्ट कार्बन ते जाता है तो देखो यही प्रोडक्ट बनेगा, अगर वो सैकेंड ते जाता है तो थोड़े को आह इंटरमीडिएट बनेगा। तो तुम देख सकते हो आ थोड़ा सेकेंडरी कार्बोकेटाइन है एंड जो थोड़ा सैकेंड नंबर पे है दैट इज योर प्राइमरी कार्बोकेटाइन। तो दोनों विचों थोड़ा सेकेंडरी कार्बोकेटाइन इज मोर स्टेबल एज कंपेयर टू प्राइमरी। तो प्राइमरी वाला की होएगा थोड़ा माइनर बनेगा एंड सेकेंडरी वाला की बनेगा थोड़ा मेजर बनेगा एंड नेक्स्ट स्टेप ਦੇ ਵਿੱਚ ਕੀ ਹੋਏਗਾ Br नेगेटिव इस पे अटैक कर देगा टू फॉर्म योर फाइनल प्रोडक्ट 2 ब्रोमो प्रोपेन, टू फॉर्म योर फाइनल प्रोडक्ट 2 ब्रोमो प्रोपेन। सो इसका आंसर आएगा थोड़ा डी ऑप्शन। नेक्स्ट क्वेश्चन, द डिसअपियरेंस, डिसअपियरेंस मतलब गायब होना ऑफ द कैरेक्टरिस्टिक पर्पल कलर ऑफ योर KMnO4। देखो KMnO4 थोड़ा पर्पल कलर का होता है, वाई क्वेश्चन आता है क्यों, जबकि जो थोड़ा KMnO4 ਦੇ ਵਿੱਚ मैंगनीज इज +7 ऑक्सीडेशन स्टेट। मैंगनीज +7 ਦਾ मतलब ਹੁੰਦਾ ਹੈ ਇਹਦੇ ਵਿੱਚ ਕੋਈ ਵੀ ਅਨਪੇਅਰਡ ਇਲੈਕਟ੍ਰੋਨ ਪ੍ਰੈਜ਼ੈਂਟ ਨਹੀਂ ਹੈ। ਤਾਂ ਅਗਰ ਅਨਪੇਅਰਡ ਇਲੈਕਟ੍ਰੋਨ नहीं है तो किसी भी तरह की डी ट्रांजिशन नहीं होएगी। अगर डी ट्रांजिशन नहीं होएगी सो देयर शुड बी नो कलर, ਇਹਦਾ कोई भी कलर नहीं आना चाहिए बट फिर भी ये थोड़ा पर्पल कलर शो करता है। इसका रीजन की है लीगेंड टू मेटल चार्ज ट्रांसफर। ਇਹਦੇ ਵਿੱਚ जो थोड़ा ऑक्साइड है वो अपने इलेक्ट्रॉन थोड़े मैंगनीज +7 ਨੂੰ ਡੋਨੇਟ ਕਰਦਾ ਹੈ ਜਿਸ ਕਰਕੇ ਇਹਦੇ ਵਿੱਚ ਕੀ ਹੁੰਦੀ ਹੈ डी ट्रांजिशंस ਹੋਣ ਕਰਕੇ ਇਹ ਆਪਣਾ ਕਲਰ ਪਰਪਲ ਸ਼ੋ ਕਰਦਾ ਹੈ। ਤਾਂ ਦੇਖੋ ਕੁਐਸਚਨ ਕੀ ਹੈ, ਕਹਿੰਦੇ ਜੋ ਇਸਦਾ ਪਰਪਲ ਕਲਰ ਹੈ ਜਦੋਂ ਇਹ ਐਲਕੀਨ ਦੇ ਨਾਲ ਰਿਐਕਟ ਕਰਦਾ ਹੈ ਤਾਂ ਉਹ ਡਿਸਅਪੀਅਰ ਹੋ ਜਾਂਦਾ ਹੈ। ਤਾਂ ਇਸ ਟੈਸਟ ਨੂੰ ਆਪਾਂ ਕੀ ਬੋਲਦੇ ਹਾਂ, ਸੋ दैट इज नोन एज योर बेयर्स ਟੈਸਟ। ਇਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ बेयर्स ਟੈਸਟ। ਦੇਖੋ ਰਿਐਕਸ਼ਨ ਚ ਹੁੰਦੀ ਕੀ ਹੈ ਕਿ ਜਦੋਂ ਤੁਹਾਡੀ ਕੋਈ ਐਲਕੀਨ कोल्ड डाइल्यूटेड अल्कली सॉल्यूशन ऑफ KMnO4 ਦੇ ਨਾਲ ਰਿਐਕਟ ਕਰਦੀ ਹੈ ਸੋ देयर विल बी अ फॉर्मेशन ऑफ योर डाईहाइड्रोक्सिलेशन। ਉੱਥੇ ਕੀ ਹੁੰਦੀ ਹੈ ਤੁਹਾਡੀ
ਡਾਈਹਾਈਡਰੋਕਸਿਲੇਸ਼ਨ ਹੁੰਦੀ ਹੈ, ਦੋਨੋਂ ਡਬਲ ਬੌਂਡਡ ਕਾਰਬਨ ਤੇ OH OH ਗਰੁੱਪ ਅਟੈਚ ਹੋ ਜਾਂਦਾ ਹੈ। ਤਾਂ ਦੇਖੋ OH ਗਰੁੱਪ ਅਟੈਚ ਹੋਣ ਕਰਕੇ ਜੋ ਇਸ ਦਾ ਕਲਰ ਹੈ ਪਰਪਲ ਤੋਂ ਕੀ ਹੋ ਜਾਂਦਾ ਹੈ, that becomes colorless ਹੋ ਜਾਂਦਾ ਹੈ। So this test is used as an characteristic test to distinguish the unsaturation, or we can say to determine the presence of double bond or triple bond in your given compound। ਅਗਰ ਤੁਸੀਂ ਚੈੱਕ ਕਰਨਾ ਹੈ ਕਿ ਤੁਹਾਡੇ ਗਿਵਨ ਕੰਪਾਊਂਡ ਦੇ ਵਿੱਚ ਡਬਲ ਬੌਂਡ ਜਾਂ ਟ੍ਰਿਪਲ ਬੌਂਡ ਪ੍ਰੈਜ਼ੈਂਟ ਹੈ, ਤਾਂ ਉੱਥੇ ਆਪਾਂ ਇਹ ਟੈਸਟ ਨੂੰ ਯੂਜ਼ ਕਰਦੇ ਹਾਂ, ਬਿਕੋਜ਼ ਯੋਰ ਪਰਪਲ ਕਲਰ will converted into your colorless if the unsaturation is present in your given compound, and that test is your known as your Bayer's reagent or your Bayer's test। ਤੇ ਆਨਸਰ ਕੀ ਆਏਗਾ ਤੁਹਾਡਾ B option। Next question, a hydrocarbon of formula C6H10 absorb only one molecule of H2 upon catalytic hydrogenation। Upon ozonolysis the hydrocarbon yields this one। ਕਹਿੰਦੇ ਹਾਈਡਰੋਕਾਰਬਨ ਦੱਸੋ ਕੀ ਹੈ। ਤਾਂ ਦੇਖੋ ਓਜ਼ੋਨੋਲਿਸਿਸ ਦੇ ਵਿੱਚ ਦੇਖੋ ਹੁੰਦਾ ਕੀ ਹੈ ਕਿ ਜਦੋਂ ਆਪਾਂ ਓਜ਼ੋਨੋਲਿਸਿਸ ਕਰਦੇ ਹਾਂ ਤਾਂ ਆਪਾਂ ਕਾਰਬਨ ਕਾਰਬਨ ਡਬਲ ਬੌਂਡ ਨੂੰ ਬ੍ਰੇਕ ਕਰਕੇ ਦੋਨੋਂ ਜਗ੍ਹਾ ਕੀ ਪ੍ਰੋਵਾਈਡ ਕਰ ਦਿੰਦੇ ਆ, ਤੁਹਾਡਾ ਆਕਸੀਜਨ ਦੇ ਦਿੰਦੇ ਹਾਂ। ਦੋਨੋਂ ਜਗ੍ਹਾ ਕੀ ਪ੍ਰੋਵਾਈਡ ਕਰ ਦਿੰਦੇ ਆਪਾਂ, ਆਕਸੀਜਨ। ਤਾਂ ਦੇਖੋ ਹੁਣ ਆਪਣੇ ਕੋਲ ਦੇਖੋ ਇੱਥੇ ਕੀ ਹੈ, ਡਬਲ ਬੌਂਡਡ ਕਾਰਬਨ ਕਾਰਬੋਨਿਲ ਗਰੁੱਪ ਦਿੱਤੇ ਹੋਏ ਨੇ। ਹੁਣ ਦੇਖੋ ਆਪਾਂ ਬੈਕ ਜਾਣਾ, ਤਾਂ ਬੈਕ ਕਰਨ ਲਈ ਕੀ ਕਰਨਾ ਹੈ, ਬਸ ਆਕਸੀਜਨ ਨੂੰ ਬਾਹਰ ਨਿਕਾਲ ਦੋ, ਤਾਂ ਜਿਹੜੇ ਵੀ ਕਾਰਬਨ ਨੇ ਉਹਨਾਂ ਨੂੰ ਆਪਸ ਦੇ ਵਿੱਚ ਅਟੈਚ ਕਰ ਦੋ। ਇੱਥੇ ਵੀ ਆਪਾਂ ਸੇਮ ਕੰਮ ਕਰਦੇ, ਦੇਖੋ ਕਿੰਨੇ ਕਾਰਬਨ ਨੇ ਆਪਾਂ ਬਣਾਉਂਦੇ ਹਾਂ 1 2 3 ਐਂਡ 4। ਦੇਖੋ 4 ਕਾਰਬਨ ਨੇ, ਪਹਿਲਾਂ ਡਰਾ ਕਰ ਲੈਣੇ 1 2 3 ਐਂਡ 4, 4 ਕਾਰਬਨ ਨੇ। ਦੇਖੋ ਫਸਟ ਕਾਰਬਨ ਦੇ ਉੱਪਰ ਕੀ ਲੱਗਿਆ ਹੋਇਆ ਹੈ, ਤੁਹਾਡਾ CHO ਗਰੁੱਪ ਲੱਗਿਆ ਹੋਇਆ, ਮਤਲਬ C ਡਬਲ ਬੌਂਡ OH ਲੱਗਿਆ ਹੋਇਆ ਹੈ। ਨੈਕਸਟ ਦੇਖੋ ਫਿਰ ਜੋ ਥੋੜਾ ਫੋਰਥ ਕਾਰਬਨ ਹੈ, ਫੋਰਥ ਦੇ ਨਾਲ ਫਿਰ ਥੋੜਾ ਐਲਡੀਹਾਈਡ ਗਰੁੱਪ ਹੈ C ਡਬਲ ਬੌਂਡ OH। ਨੈਕਸਟ ਸਟੈਪ ਦੇ ਵਿੱਚ ਦੇਖੋ ਇੱਥੇ ਆਕਸੀਜਨ ਨੂੰ ਬਾਹਰ ਨਿਕਾਲ ਦੋ, ਜੋ ਤੁਹਾਡੇ ਆਹ ਵਾਲੇ ਕਾਰਬਨਸ ਨੇ ਆਪਸ ਵਿੱਚ ਐਡ ਹੋ ਜਾਣਗੇ। ਸੋ देयर विल बी अ ਫਾਰਮੇਸ਼ਨ ਆਫ योर 6 ਮੈਂਬਰ ਰਿੰਗ। 6 ਮੈਂਬਰ ਕੀ ਬਣ ਜਾਏਗੀ, ਤੁਹਾਡੀ ਰਿੰਗ ਬਣ ਜਾਏਗੀ। ਦੇਖੋ ਕਾਰਬਨ ਤੇ ਜੋ 5th ਕਾਰਬਨ ਹੈ ਐਂਡ 6th ਕਾਰਬਨ ਹੈ, ਇਹ ਆਪਸ ਬੌਂਡ ਬਣਾ ਲੈਣਗੇ, ਡਬਲ ਬੌਂਡ ਬਣ ਜਾਏਗਾ, and there will be a formation of your cyclohexene। ਤਾਂ ਇੱਥੇ ਆਨਸਰ ਕੀ ਬਣੇਗਾ ਤੁਹਾਡਾ C ਆਪਸ਼ਨ। ਤਾਂ ਧਿਆਨ ਰੱਖਣਾ ਹੈ ਓਜ਼ੋਨੋਲਿਸਿਸ ਦੇ ਵਿੱਚ ਕੀ ਹੁੰਦਾ ਹੈ, ਕਾਰਬਨ ਕਾਰਬਨ ਡਬਲ ਬੌਂਡ ਨੂੰ ਬ੍ਰੇਕ ਕਰਕੇ ਆਪਾਂ ਦੋਨੋਂ ਜਗ੍ਹਾ ਆਕਸੀਜਨ ਪ੍ਰੋਵਾਈਡ ਕਰ ਦਿੰਦੇ ਹਾਂ। ਐਂਡ ਅਗਰ ਤੁਸੀਂ ਬੈਕ ਜਾਣਾ ਹੈ ਤਾਂ ਦੋਨੋਂ ਆਕਸੀਜਨ ਨੂੰ ਸਾਈਮਲਟੇਨੀਅਸਲੀ ਸਾਹਮਣੇ ਰੱਖ ਕੇ ਆਕਸੀਜਨ ਨੂੰ ਬਾਹਰ ਨਿਕਾਲ ਦੋ, ਤੇ ਜੋ ਕਾਰਬਨ ਦੇ ਉੱਪਰ ਆਕਸੀਜਨ ਅਟੈਚ ਸੀ ਉਹ ਦੋਨੋਂ ਕਾਰਬਨ ਆਪਸ ਕੀ ਹੋ ਜਾਂਦੇ ਨੇ, ਡਬਲ ਬੌਂਡ ਦੇ ਨਾਲ ਅਟੈਚ ਹੋ ਜਾਂਦੇ। ਸੇਮ ਜੋ ਆਪਾਂ ਨੂੰ ਗਿਵਨ ਕੰਪਾਊਂਡ ਸੀ ਆਪਾਂ ਉਸ ਦੇ ਨਾਲ ਕੀਤਾ, ਤਾਂ ਆਪਣਾ ਇੱਥੇ ਆਨਸਰ ਕੀ ਬਣਿਆ ਤੁਹਾਡਾ ਸਾਈਕਲੋਹੈਕਸੀਨ। Next question, the function of anhydrous aluminium trichloride in the Friedel-Crafts reaction is। ਸਭ ਤੋਂ ਪਹਿਲਾਂ ਦੇਖੋ Friedel-Crafts reaction ਹੈ ਕੀ ਸੀ, ਦੇਖੋ ਬੈਂਜ਼ੀਨ ਦੀ ਰਿਐਕਸ਼ਨ ਅਗਰ ਤੁਸੀਂ ਕਰਦੇ ਹੋ ਮਿਥਾਈਲ ਕਲੋਰਾਈਡ ਇਨ ਦਾ ਪ੍ਰੈਜ਼ੈਂਸ ਆਫ AlCl3, ਤਾਂ ਇੱਥੇ ਪ੍ਰੋਡਕਟ ਕੀ ਬਣਦਾ ਹੈ ਤੁਹਾਡਾ, ਕਲੋਰੋਬੈਂਜ਼ੀਨ ਬਣਦਾ ਹੈ। ਬੈਂਜ਼ੀਨ ਇੱਕ ਇਲੈਕਟ੍ਰੋਨ ਡੈਂਸ ਸਿਸਟਮ ਹੈ, ਇਲੈਕਟ੍ਰੋਨ ਡੈਂਸ ਹੋਣ ਕਰਕੇ ਇਹ ਐਕਟ ਕਰਦਾ ਹੈ ਐਜ਼ ਅ ਨਿਊਕਲੀਓਫਾਈਲ। ਤਾਂ ਨਿਊਕਲੀਓਫਾਈਲ ਕਿਸ ਤੇ ਅਟੈਕ ਕਰਦਾ ਹੈ, ਤੁਹਾਡੇ ਇਲੈਕਟ੍ਰੋਫਿਲਿਕ ਸੈਂਟਰ ਤੇ ਅਟੈਕ ਕਰਦਾ ਹੈ, that is your मिथाइल ग्रुप पे अटैक करता है, बिकॉज मिथाइल जो कार्बन है that is less electronegative as compared to the more electronegative chlorine atom, है ना। ਤਾਂ ਜੋ ਬੈਂਜ਼ੀਨਸ ਹੁੰਦੇ ਨੇ ਉਹ ਤੁਹਾਡੀਆਂ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਨੂੰ ਕੀ ਕਰਦੇ ਨੇ, ਪਰਫਾਰਮ ਕਰਵਾਉਂਦੇ ਨੇ। ਦੇ ਪਰਫਾਰਮ ਯੂਅਰ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੈਂਜ਼ੀਨ ਦੇ ਵਿੱਚ ਜੋ ਤੁਹਾਡਾ ਇਲੈਕਟ੍ਰੋਫਾਈਲ ਜਦੋਂ ਐਡ ਹੁੰਦਾ ਹੈ, ਅਟੈਚ ਹੁੰਦਾ ਹੈ, ਤਾਂ ਆਪਣੀ ਹਾਈਡਰੋਜਨ ਨੂੰ ਉਹ ਰਿਪਲੇਸ ਕਰਵਾ ਦਿੰਦਾ ਹੈ ਵਿਦ ਯੂਅਰ ਇਲੈਕਟ੍ਰੋਫਾਈਲ। ਤਾਂ ਦੇਖੋ ਹੁਣ ਕੁਐਸਚਨ ਦੇ ਵਿੱਚ ਕੀ ਹੈ ਕਿ ਇੱਥੇ ਜੋ ਆਪਾਂ ਬੇਸ ਲੈ ਰਹੇ ਹਾਂ, ਸੌਰੀ ਐਸਿਡ ਲੈ ਰਹੇ ਹਾਂ ਐਲੂਮੀਨੀਅਮ ਟ੍ਰਾਈਕਲੋਰਾਈਡ, ਉਸ ਦਾ ਫੰਕਸ਼ਨ ਕੀ ਹੈ। ਤਾਂ ਦੇਖੋ ਜੋ ਤੁਹਾਡਾ CH3Cl ਹੈ, ਇਹ ਦੇਖੋ ਇਹਦੇ ਵਿੱਚ ਪੋਲੈਰਿਟੀ ਪਹਿਲਾਂ ਤੋਂ ਹੀ ਪ੍ਰੈਜ਼ੈਂਟ ਹੈ, ਐਂਡ ਦੇਖੋ ਬੈਂਜ਼ੀਨ ਇਲੈਕਟ੍ਰੋਨ ਡੈਂਸ ਹੋਣ ਕਰਕੇ ਐਜ਼ ਅ ਨਿਊਕਲੀਓਫਾਈਲ ਐਕਟ ਕਰੇਗਾ, ਮਿਥਾਈਲ ਤੇ ਅਟੈਕ ਕਰੇਗਾ, ਕਲੋਰੀਨ ਨੂੰ ਬਾਹਰ ਨਿਕਾਲਣਾ ਹੈ। ਬਟ ਟੂ ਫਾਸਟਰ ਦਾ ਰਿਐਕਸ਼ਨ, ਇਸ ਰਿਐਕਸ਼ਨ ਨੂੰ ਹੋਰ ਵੀ ਫਾਸਟ ਕਰਨ ਦੇ ਲਈ ਆਪਾਂ ਇੱਥੇ ਕੀ ਯੂਜ਼ ਕਰਦੇ ਹਾਂ, ਤੁਹਾਡਾ ਐਲੂਮੀਨੀਅਮ ਟ੍ਰਾਈਕਲੋਰਾਈਡ। ਦੇਖੋ ਐਲੂਮੀਨੀਅਮ ਟ੍ਰਾਈਕਲੋਰਾਈਡ ਕੀ ਕਰਦਾ ਹੈ ਕਿ ਜੋ ਤੁਹਾਡਾ ਮਿਥਾਈਲ ਕਲੋਰਾਈਡ ਹੈ ਉਸ ਤੇ ਕਲੋਰਾਈਡ ਤੋਂ ਇਲੈਕਟ੍ਰੋਨ ਕੀ ਕਰਦਾ ਹੈ, ਅਸੈਪਟ ਕਰਦਾ ਹੈ ਇਨ ਦਾ ਵੇਕੈਂਟ p orbital of your aluminium, ਜਿਸ ਕਰਕੇ ਜੋ ਥੋੜਾ ਲੂਇਸ ਐਸਿਡ ਦੀ ਤਰ੍ਹਾਂ ਕੀ ਕਰਦਾ ਹੈ, ਇਹ ਬਿਹੇਵ ਕਰਦਾ ਹੈ। ਤਾਂ ਜਿੱਦਾਂ ਹੀ ਐਲੂਮੀਨੀਅਮ ਨੇ ਇਲੈਕਟ੍ਰੋਨ ਅਸੈਪਟ ਕੀਤੇ from your chlorine of your methyl chloride, ਤਾਂ ਇਸ ਤੇ ਚਾਰਜ ਕੀ ਆ ਗਿਆ, ਕਲੋਰੀਨ ਦੇ ਉੱਪਰ ਪੋਜ਼ਿਟਿਵ ਚਾਰਜ ਆ ਗਿਆ, ਐਂਡ ਐਲੂਮੀਨੀਅਮ ਦੇ ਉੱਪਰ ਚਾਰਜ ਕੀ ਆ ਗਿਆ, ਤੁਹਾਡਾ ਨੈਗੇਟਿਵ ਚਾਰਜ ਆ ਗਿਆ। ਦੇਖੋ ਹੁਣ ਨੈਕਸਟ ਸਟੈਪ ਦੇ ਵਿੱਚ ਕੀ ਹੋਏਗਾ, ਕਲੋਰੀਨ ਇਲੈਕਟ੍ਰੋਨੈਗੇਟਿਵ ਹੈ
ਤੇ ਉਹਦੇ ਉੱਪਰ ਪੋਜ਼ਿਟਿਵ ਚਾਰਜ ਆ ਗਿਆ, that is not stable, ਤਾਂ ਇਹ ਇਮੀਡੀਏਟਲੀ ਬੌਂਡ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰੇਗਾ and there will be a generation of your carbocation easily। ਤਾਂ ਇੱਥੇ ਤੁਹਾਡਾ ਕਾਰਬੋਕੇਟਾਈਨ ਜਨਰੇਟ ਹੋ ਜਾਂਦਾ ਹੈ ਈਜ਼ੀਲੀ। ਔਨ ਦਾ ਅਦਰ ਹੈਂਡ ਕਿ ਅਗਰ ਆਪਾਂ ਇੱਥੇ ਯੂਜ਼ ਨਾ ਕਰਦੇ ਤਾਂ ਆਪਣੇ ਕੋਲ ਕੀ ਬਣਨਾ ਸੀ, ਇੱਥੇ ਪਾਰਸ਼ੀਅਲ ਡੈਲਟਾ ਪੋਜ਼ਿਟਿਵ ਚਾਰਜ ਸੀ, ਜਿਸ ਕਰਕੇ ਰਿਐਕਸ਼ਨ ਦੀ ਜੋ ਰੇਟ ਹੁੰਦੀ ਹੈ ਉਹ ਸਲੋ ਹੁੰਦੀ ਹੈ। ਬਟ ਜਦੋਂ ਹੀ ਆਪਾਂ ਉਹਦੇ ਵਿੱਚ ਲੂਇਸ ਐਸਿਡ ਨੂੰ ਐਡ ਕੀਤਾ ਤਾਂ ਆਪਣੇ ਕੋਲ ਕਾਰਬੋਕੇਟਾਈਨ ਜਨਰੇਟ ਹੋ ਗਿਆ, ਕ੍ਰੀਏਟ ਪੋਜ਼ਿਟਿਵ ਚਾਰਜ ਕ੍ਰੀਏਟ ਹੋ ਗਿਆ, ਜਿਸ ਤੇ ਥੋੜੇ ਬੈਂਜ਼ੀਨ ਦਾ ਅਟੈਕ ਕਰਨਾ ਕੀ ਹੋ ਗਿਆ, ਮੁਸ਼ਕਿਲ ਈਜ਼ੀ ਹੋ ਜਾਂਦਾ ਹੈ। ਤਾਂ ਇਸ ਕਰਕੇ ਇੱਥੇ ਆਨਸਰ ਕੀ ਬਣੇਗਾ ਤੁਹਾਡਾ, ਟੂ ਪ੍ਰੋਡਿਊਸ ਇਲੈਕਟ੍ਰੋਫਾਈਲ। ਤਾਂ ਇੱਥੇ ਆਨਸਰ ਬਣੇਗਾ ਤੁਹਾਡਾ ਸੀ ਆਪਸ਼ਨ। The number of sigma and pi bonds present in a molecule of benzene। ਤਾਂ ਸਭ ਤੋਂ ਪਹਿਲਾਂ ਦੇਖੋ ਬੈਂਜ਼ੀਨ ਡਰਾ ਕਰਨੀ ਹੈ। ਦੇਖੋ ਸਭ ਤੋਂ ਜ਼ਿਆਦਾ ਬੱਚੇ ਗਲਤੀ ਕੀ ਕਰਦੇ ਨੇ ਇਹਦੇ ਵਿੱਚ, ਉਹ ਹਾਈਡਰੋਜਨ ਨੂੰ ਕਾਊਂਟ ਕਰਨਾ ਭੁੱਲ ਜਾਂਦੇ ਨੇ। that is the biggest mistake ਜੋ ਸਟੂਡੈਂਟਸ ਕਰਦੇ ਨੇ। ਤਾਂ ਧਿਆਨ ਰੱਖਣਾ ਹੈ ਤੇ ਹਰ ਕਾਰਬਨ ਦੇ ਉੱਪਰ ਥੋੜਾ ਇੱਕ ਹਾਈਡਰੋਜਨ ਪ੍ਰੈਜ਼ੈਂਟ ਹੈ। ਤਾਂ ਕਾਊਂਟ ਕਰ ਲਓ ਕਿੰਨੇ ਸਿਗਮਾ ਨੇ, ਦੇਖੋ 6 ਕਾਰਬਨ ਨੇ ਤੇ 6 ਹੀ ਤੁਹਾਡੇ ਹਾਈਡਰੋਜਨ ਨੇ, ਟੋਟਲ 12 ਸਿਗਮਾ ਨੇ। ਐਂਡ ਕਾਰਬਨ ਕਾਰਬਨ ਵਿੱਚ 3 ਡਬਲ ਬੌਂਡ ਪ੍ਰੈਜ਼ੈਂਟ ਨੇ ਤਾਂ 3 ਪਾਈ ਬੌਂਡ ਨੇ। ਤਾਂ ਇਸ ਦਾ ਆਨਸਰ ਕੀ ਬਣੇਗਾ ਤੁਹਾਡਾ ਸੀ ਆਪਸ਼ਨ। ਆਨਸਰ ਕੀ ਬਣੇਗਾ ਤੁਹਾਡਾ ਸੀ ਆਪਸ਼ਨ। ਇੱਕ ਵਾਰੀ ਜੋ ਲਾਸਟ ਟਾਈਮ ਥੋੜਾ ਲੈਕਚਰਰ ਕੇਡਰ ਦਾ ਇੱਕ ਪੇਪਰ ਹੋਇਆ ਸੀ 2021 ਦੇ ਵਿੱਚ, ਉਹਦੇ ਵਿੱਚ ਇੱਕ ਕੁਐਸਚਨ ਪੁੱਛਿਆ ਗਿਆ ਸੀ ਕਿ ਜੋ ਥੋੜਾ ਬੈਂਜ਼ੀਨ ਹੈ ਉਹ ਕਿੰਨੇ ਵਾਈਬ੍ਰੇਸ਼ਨਲ ਮੋਡ ਦਿੰਦਾ ਹੈ। ਤਾਂ ਦੇਖੋ ਵਾਈਬ੍ਰੇਸ਼ਨਲ ਮੋਡ ਦੋ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਕਿ ਮੋਲੀਕਿਊਲ ਤੁਹਾਡਾ ਲੀਨੀਅਰ ਹੈ ਜਾਂ ਮੋਲੀਕਿਊਲ ਤੁਹਾਡਾ ਨੋਨ ਲੀਨੀਅਰ ਹੈ। ਤਾਂ ਉਹਦੇ ਵਿੱਚ ਜੋ ਤੁਹਾਡੇ ਵਾਈਬ੍ਰੇਸ਼ਨਲ ਮੋਡਸ ਆਉਂਦੇ ਨੇ ਤਾਂ ਲੀਨੀਅਰਲੀ ਆਉਂਦੇ ਨੇ 3n-5 ਐਂਡ ਨੋਨ ਲੀਨੀਅਰਲੀ ਆਉਂਦੇ ਨੇ 3n-6। ਤਾਂ ਬੈਂਜ਼ੀਨ ਤੁਹਾਡਾ ਕਿਦਾਂ ਦਾ ਸਿਸਟਮ ਹੈ, that is your non linear system। ਠੀਕ ਹੈ, ਤਾਂ ਆਪਾਂ ਕੀ ਆਪਰੇਟ ਕਰਵਾਵਾਂਗੇ, ਇੱਥੇ ਵਾਈਬ੍ਰੇਸ਼ਨਲ ਮੋਡਸ ਕਿੰਨੇ ਆਣਗੇ ਤੁਹਾਡੇ 3n-6। n ਕੀ ਹੁੰਦੇ ਨੇ, ਟੋਟਲ ਨੰਬਰ ਆਫ ਐਟਮਸ। ਤਾਂ ਕਿੰਨੇ ਐਟਮਸ ਨੇ ਬੈਂਜ਼ੀਨ ਦੇ ਵਿੱਚ, ਟੋਟਲ ਤੁਹਾਡੇ 12 ਐਟਮਸ ਨੇ, 6 ਕਾਰਬਨ ਤੇ 6 ਹਾਈਡਰੋਜਨ। ਤਾਂ 3 × 12 - 6, ਤਾਂ ਆਨਸਰ ਕਿੰਨਾ ਆਏਗਾ, 36 - 6 ਮਤਲਬ 30 ਆਏਗਾ। ਤਾਂ ਇੱਥੇ ਆਨਸਰ ਕੀ ਬਣਦਾ ਸੀ, ਉੱਥੇ ਕੁਐਸਚਨ ਦਾ ਆਨਸਰ ਕੀ ਆਣਾ ਸੀ ਤੁਹਾਡਾ 30 ਆਣਾ ਸੀ। ਦੈਟ ਮੀਨਸ for a benzene molecule there are total 30 vibrational modes। ਕਿੰਨੇ ਮੋਡ ਸੀ ਵਾਈਬ੍ਰੇਸ਼ਨਲ ਤੁਹਾਡੇ, 30 ਵਾਈਬ੍ਰੇਸ਼ਨਲ ਮੋਡ ਸੀ। ਤਾਂ ਇਸ ਤਰ੍ਹਾਂ ਦੇ ਦੇਖੋ ਕੁਐਸਚਨਸ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਨੇ। ਨੈਕਸਟ ਕੁਐਸਚਨ, the major product in the following reaction is। ਦੇਖੋ ਐਲਕੀਨ ਹੈ, HBr ਸੇਮ ਹੈ, ਪਰ ਇੱਥੇ ਦੇਖੋ ਕੀ ਪਾਇਆ ਹੋਇਆ ਤੁਹਾਡਾ, ਇੱਕ ਪਰਆਕਸਾਈਡ ਪਾਇਆ ਹੋਇਆ ਹੈ। ਤਾਂ HBr ਤੇ ਪਰਆਕਸਾਈਡ ਦੀ ਪ੍ਰੈਜ਼ੈਂਸ ਦੇ ਵਿੱਚ ਇੱਥੇ ਕੀ ਲੱਗਦਾ ਹੈ ਤੁਹਾਡਾ, ਐਂਟੀ ਮਾਰਕੋਨਿਕੋਫ ਰੂਲ। ਕਿਹੜਾ ਰੂਲ ਲੱਗਦਾ ਹੈ ਤੁਹਾਡਾ, ਐਂਟੀ ਮਾਰਕੋਨਿਕੋਫ ਰੂਲ ਲੱਗਦਾ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਐਂਡ ਸੈਕਿੰਡ ਪੁਆਇੰਟ, ਇੱਥੇ ਜੋ ਮਕੈਨਿਜ਼ਮ ਹੁੰਦਾ ਹੈ that is your free radical mechanism। that is your free radical mechanism। ਦੇਖੋ ਇੱਥੇ ਹੁਣ ਐਂਟੀ ਮਾਰਕੋਨਿਕੋਫ ਰੂਲ ਨੂੰ ਉਲਟਾ ਕਰ ਦਿੰਦੇ ਹਾਂ ਆਪਾਂ ਮਾਰਕੋਨਿਕੋਫ ਰੂਲ ਤੋਂ, ਕਿ ਜੋ ਹੁਣ ਥੋੜਾ ਪੋਜ਼ਿਟਿਵ ਪਾਰਟ ਸੀ ਰੀਜਨ ਦਾ, ਠੀਕ ਹੈ, ਉਹ ਕਿੱਥੇ ਅਟੈਚ ਹੋਏਗਾ, ਜਿੱਥੇ ਲੈਸ ਨੰਬਰ ਆਫ ਹਾਈਡਰੋਜਨ ਪ੍ਰੈਜ਼ੈਂਟ ਹੈ ਤਾਂ ਉਹ ਇੱਥੇ ਅਟੈਚ ਹੋਏਗਾ। ਐਂਡ ਜੋ ਥੋੜਾ Br ਹੈ ਉਹ ਉੱਥੇ ਅਟੈਚ ਹੋਏਗਾ, that contains more number of hydrogen atom। ਤਾਂ ਇੱਥੇ ਦੇਖੋ ਜੋ ਹੁਣ ਥੋੜਾ ਫਾਈਨਲ ਪ੍ਰੋਡਕਟ ਹੈ ਉਹ ਕੀ ਬਣੇਗਾ ਤੁਹਾਡਾ, ਆਪਾਂ ਡਰਾਅ ਕਰਦੇ ਹਾਂ। ਫਾਈਨਲ ਪ੍ਰੋਡਕਟ ਦੇਖੋ ਇੱਥੇ ਕੀ ਬਣੇਗਾ, ਇੱਥੇ ਹਾਈਡਰੋਜਨ ਘੱਟ ਨੇ ਤਾਂ ਇੱਥੇ ਹਾਈਡਰੋਜਨ ਅਟੈਚ ਹੋਏਗਾ। ਐਂਡ ਜੋ ਥੋੜਾ ਟਰਮੀਨਲ ਕਾਰਬਨ ਹੈ ਇੱਥੇ ਕੀ ਅਟੈਚ ਹੋਏਗਾ ਤੁਹਾਡਾ, Br attach ਹੋਏਗਾ। and that is your by anti-Markovnikov addition and that occurs in the presence of your peroxide। peroxide ਦੀ presence ਦੇ ਵਿੱਚ, ਹੀਟ ਦੀ presence ਦੇ ਵਿੱਚ ਜਾਂ ਲਾਈਟ ਦੀ presence ਦੇ ਵਿੱਚ ਤੁਹਾਡਾ ਜਨਰਲ ਜੋ ਮੈਕੈਨਿਜ਼ਮ ਹੁੰਦਾ ਹੈ that is your free radical mechanism। ਤਾਂ ਇਹ ਆਨਸਰ ਕੀ ਬਣੇਗਾ ਤੁਹਾਡਾ, ਥਰਡ ਆਪਸ਼ਨ। क्वेश्चन नेक्स्ट, the most suitable reagent for the following conversion। देखो आह की है थोड़ी एल्काइन है, ट्रिपल बॉन्ड तो ਆਪਾਂ ਨੂੰ ਕਨਵਰਟ ਕਰ ਰਹੇ ਹਾਂ ਸਿਸ ਐਲਕੀਨ ਦੇ ਵਿੱਚ। ਤਾਂ ਧਿਆਨ ਰੱਖਣਾ ਅਗਰ ਤੁਸੀਂ ਐਲਕਾਈਨ ਤੋਂ ਸਿਸ ਐਲਕੀਨ ਦੇ ਵਿੱਚ ਕਨਵਰਜਨ ਕਰਨਾ ਹੈ ਤਾਂ ਆਪਾਂ ਉੱਥੇ ਯੂਜ਼ ਕਰਦੇ ਹਾਂ ਤੁਹਾਡਾ ਲਿੰਡਲਾਰ ਕੈਟਲਿਸਟ। ਉੱਥੇ ਆਪਾਂ ਕੀ ਯੂਜ਼ ਕਰਦੇ ਹਾਂ ਤੁਹਾਡਾ, ਲਿੰਡਲਾਰ ਕੈਟਲਿਸਟ। ਦੇਖੋ ਲਿੰਡਲਾਰ ਕੈਟਲਿਸਟ ਦੇ ਵਿੱਚ ਕੀ ਹੁੰਦਾ ਹੈ, ਆਪਾਂ ਯੂਜ਼ ਕਰਦੇ ਹਾਂ ਤੁਹਾਡੀ ਹਾਈਡਰੋਜਨ ਜੋ ਕਿ ਹਾਈਡਰੋਜੀਨੇਸ਼ਨ ਕਰਵਾਉਂਦੀ ਹੈ, ਟ੍ਰਿਪਲ ਬੌਂਡ ਨੂੰ ਡਬਲ ਬੌਂਡ ਚ ਕਨਵਰਟ ਕਰ ਦਿੰਦੀ ਹੈ। ਪਲੱਸ ਇੱਥੇ ਆਪਾਂ ਪਲੈਟੀਨਮ ਤੇ ਕਾਰਬਨ ਯੂਜ਼ ਕਰਦੇ ਹਾਂ ਵਿਦ ਕੁਇਨੋਲਿਨ। ਕੁਇਨੋਲਿਨ ਕੀ ਹੁੰਦਾ ਹੈ ਤੁਹਾਡਾ, ਐਕਟ ਕਰਦਾ ਹੈ ਐਜ਼ ਅ ਪੋਇਜ਼ਨ, ਜੋ ਤੁਹਾਡੀ ਰਿਐਕਸ਼ਨ ਨੂੰ ਡਬਲ ਬੌਂਡ ਤੇ ਹੀ ਸਟਾਪ ਕਰ ਦਿੰਦਾ ਹੈ, ਉਸ ਨੂੰ ਫਰਦਰ ਰਿਡਿਊਸ ਨਹੀਂ ਕਰਦਾ ਸਿੰਗਲ ਬੌਂਡ ਦੇ ਵਿੱਚ। ਸੋ ਇਸ ਦਾ ਆਨਸਰ ਕੀ ਬਣੇਗਾ ਤੁਹਾਡਾ, थर्ड ऑप्शन। देखो जो सेकंड ऑप्शन है दैट इज योर बिर्च रिडक्शन, ये थोड़ा बिर्च रिडक्शन है।
ਇਹ ਵੀ ਤੁਹਾਡਾ ਪਾਰਸ਼ੀਅਲ ਰਿਡਕਸ਼ਨ ਕਰਦਾ ਹੈ ਐਲਕਾਈਨ ਟੂ ਐਲਕੀਨ ਦੇ ਵਿੱਚ, ਬਟ ਇਹ ਜੋ ਪ੍ਰੋਡਕਟ ਬਣਾਉਂਦਾ ਹੈ that is your ਟਰਾਂਸ ਐਲਕੀਨ। ਇਹ ਪ੍ਰੋਡਕਟ ਕੀ ਬਣਾਉਂਦਾ ਹੈ ਤੁਹਾਡਾ ਟਰਾਂਸ ਐਲਕੀਨ ਦੀ ਫਾਰਮੇਸ਼ਨ ਕਰਦਾ ਹੈ। ਜੋ ਤੁਹਾਡਾ ਫਸਟ ਰੀਏਜੈਂਟ ਹੈ, ਫਸਟ ਰੀਏਜੈਂਟ ਦੇ ਵਿੱਚ ਦੇਖੋ ਇਸ ਨੂੰ ਧਿਆਨ ਰੱਖਣਾ, ਇਹ ਰਿਐਕਸ਼ਨ ਹੈ ਇੱਕ that is your ਕੁਚਰੋਵ ਰਿਐਕਸ਼ਨ, that is your ਕੁਚਰੋਵ ਰਿਐਕਸ਼ਨ। ਤਾਂ ਇਸ ਰਿਐਕਸ਼ਨ ਦੇ ਵਿੱਚ ਕੀ ਕਰਨਾ ਹੁੰਦਾ ਹੈ, ਮੈਂ ਜਸਟ ਤੁਹਾਨੂੰ ਸਿੰਪਲ ਦੱਸ ਦਿੰਦਾ ਹਾਂ। ਅਗਰ ਤੁਹਾਨੂੰ ਕਦੇ ਵੀ ਮਰਕਰੀ ਤੇ H ਪੋਜ਼ਿਟਿਵ ਦਿਖ ਜੇ ਤਾਂ ਇਹਦੇ ਵਿੱਚ ਕੀ ਕਰਨਾ ਹੈ, ਤੁਸੀਂ H ਤੇ OH ਨੂੰ ਐਡ ਕਰਨਾ ਹੈ ट्रिपल बॉन्ड ਦੇ ਉੱਪਰ ਮਾਰਕੋਨਿਕ ਆਫ ਰੂਲ ਦੇ ਨਾਲ। ਕਿਹੜੇ ਰੂਲ ਦੇ ਨਾਲ? ਮਾਰਕੋਨਿਕ ਆਫ ਰੂਲ ਦੇ ਨਾਲ। ਤਾਂ ਤੁਸੀਂ ਦੇਖੋਗੇ ਇੱਥੇ ਤਾਂ ਦੋਨੋਂ ਹੀ ਟ੍ਰਿਪਲ ਬੌਂਡਸ ਕਾਰਬਨ ਆਇਡੈਂਟੀਕਲ ਨੇ, ਤਾਂ ਕਿਸੇ ਨਾਲ ਵੀ ਤੁਸੀਂ ਹਾਈਡਰੋਜਨ ਅਟੈਚ ਕਰ ਸਕਦੇ ਹੋ ਤੇ ਕਿਸੇ ਨਾਲ ਵੀ ਤੁਸੀਂ ਕੀ ਅਟੈਚ ਕਰ ਸਕਦੇ ਹੋ, ਆਪਣਾ OH ਬੌਂਡ ਨੂੰ ਅਟੈਚ ਕਰ ਸਕਦੇ ਹੋ। ਤਾਂ ਦੇਖੋ ਜੋ ਹੁਣ ਇੱਥੇ ਪ੍ਰੋਡਕਟ ਬਣਦਾ ਹੈ that is your ਇਨੋਲ। ਇਹ ਪ੍ਰੋਡਕਟ ਕੀ ਹੈ ਤੁਹਾਡਾ? ਇਨੋਲ ਹੈ। ਡਬਲ ਬੌਂਡ ਪ੍ਰੈਜ਼ੈਂਟ ਹੈ ਤਾਂ ਈਨ ਹੈ, ਇੱਕ OH ਗਰੁੱਪ ਹੈ ਤਾਂ ਓਲ ਹੈ, that is why it is known as your ਇਨੋਲ ਗਰੁੱਪ। ਐਂਡ that will tautomerize, ਇਹ ਟੋਟੋਮਰਾਈਜ਼ ਹੋ ਕੇ ਕਾਦੇ ਵਿੱਚ ਕਨਵਰਟ ਹੋ ਜਾਂਦਾ ਹੈ? ਤੁਹਾਡੇ ਕੀਟੋਨ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਕਾਦੇ ਵਿੱਚ ਕਨਵਰਟ ਹੋ ਜਾਂਦਾ ਹੈ? ਤੁਹਾਡੇ ਕੀਟੋਨ ਦੇ ਵਿੱਚ। ਤੇ ਤੁਹਾਡਾ ਜੋ ਫਾਈਨਲ ਪ੍ਰੋਡਕਟ ਬਣੇਗਾ that is your this one 2 ਬੁਟੇਨੋਨ ਪ੍ਰੋਡਕਟ ਫਾਈਨਲ ਬਣੇਗਾ ਅਗਰ ਤੁਸੀਂ ਫਸਟ ਰੀਏਜੈਂਟ ਦੇ ਵਿੱਚ ਐਡ ਕਰਦੇ ਹੋ। नेक्स्ट क्वेश्चन कहते कंपाउंड अमंग द फॉलोइंग दैट डजंट अंडरगो फ्रीडल-क्राफ्ट रिएक्शन। देखो मैंने हुने दस्या सी ਤੁਹਾਨੂੰ ਪਿਛਲੇ क्वेश्चन ਦੇ ਵਿੱਚ ਕਿ फ्रीडल-क्राफ्ट जो रिएक्शन ਹੁੰਦੀ ਹੈ ਇਹਦੇ ਵਿੱਚ ਜੋ ਥੋੜੀ ਬੈਂਜ਼ੀਨ ਹੈ that act as a nucleophile, ਕਿਦਾਂ ਦਾ ਐਕਟ ਕਰਦੀ ਹੈ? ਤੁਹਾਡੇ ਨਿਊਕਲੀਓਫਾਈਲ ਦੀ ਤਰ੍ਹਾਂ ਐਕਟ ਕਰਦੀ ਹੈ। ਐਂਡ योर प्रोडक्ट इज योर टॉलविन। योर प्रोडक्ट इज योर टॉलविन की जो थोड़ा इलेक्ट्रोफाइल है वो जाके अटैच हो जाता है। ठीक है, बाय मिस्टेक आई थिंक ना मैं प्रीवियस स्लाइड ਦੇ ਵਿੱਚ ਤੁਹਾਨੂੰ ਗਲਤੀ ਦੇ ਨਾਲ ਉੱਤੇ Cl ਲਿਖਤਾ, ਉੱਥੇ Cl ਨਹੀਂ ਆਏਗਾ CH3 ਆਏਗਾ, ਉਸ ਨੂੰ ਕਰੈਕਟ ਕਰ ਲੈਣਾ। ਬਾਈ ਮਿਸਟੇਕ ਕਰ ਦਿੱਤਾ ਹੈ, ਉੱਥੇ ਕੀ ਆਏਗਾ ਥੋੜਾ ਇਲੈਕਟ੍ਰੋਫਾਈਲ ਐਡ ਹੁੰਦਾ ਹੈ ਤਾਂ ਪ੍ਰੋਡਕਟ ਕੀ ਬਣਦਾ ਹੈ ਤੁਹਾਡਾ ਟੋਲਵਿਨ। ਤਾਂ ਦੇਖੋ ਹੁਣ ਜਿੰਨਾ ਜ਼ਿਆਦਾ ਇਹ ਇਲੈਕਟ੍ਰੋਨ ਡੈਂਸ ਹੋਏਗਾ ਬੈਂਜ਼ੀਨ, ਰਿਐਕਸ਼ਨ ਦੀ ਜੋ ਰੇਟ ਹੋਏਗੀ ਉਨੀ ਹੀ ਜ਼ਿਆਦਾ ਫਾਸਟ ਹੋਏਗੀ। ਰਿਐਕਸ਼ਨ ਰੇਟ ਉਨੀ ਹੀ ਕੀ ਹੋਏਗੀ ਤੁਹਾਡੀ? फास्ट होएगी। तो इलेक्ट्रॉन डेंसिटी देखो कौन इंक्रीज करते हैं? इलेक्ट्रॉन डोनेटिंग ग्रुप। तो अगर इलेक्ट्रॉन डोनेटिंग ग्रुप थोड़े अटैच होंगे तो रिएक्शन की रेट ਨੂੰ इंक्रीज ਕਰਨਗੇ, ਜਦ ਕਿ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਉਹ ਰਿਐਕਸ਼ਨ ਦੀ ਰੇਟ ਨੂੰ ਕੀ ਕਰ ਦੇਣਗੇ? ਡਿਕਰੀਜ਼ ਕਰ ਦੇਣਗੇ। ਵਾਈ? ਬਿਕੋਜ਼ ਜੋ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਨੇ ਉਹ ਇਲੈਕਟ੍ਰੋਨ ਨੂੰ ਆਪਣੀ ਤਰਫ ਅਟਰੈਕਟ ਕਰਨਗੇ, ਆਪਣੀ ਤਰਫ ਖਿੱਚਣਗੇ, ਜਿਸ ਕਰਕੇ ਬੈਂਜ਼ੀਨ ਇਲੈਕਟ੍ਰੋਫਾਈਲ ਤੇ ਅਟੈਕ ਨਹੀਂ ਕਰ ਪਾਏਗਾ ਐਂਡ देयर विल बी जो रिएक्शन की जो रेट है वो की हो जाएगी थोड़ी डिक्रीज कर देगी टुवर्ड्स योर इलेक्ट्रोफिलिक सबस्टिट्यूशन रिएक्शन। ਤਾਂ ਤੁਸੀਂ ਦੇਖੋ ਫਸਟ ਹੈ ਕਿਊਮੀਨ। ਕਿਊਮੀਨ ਕੀ ਹੁੰਦੀ ਹੈ? ਤੁਸੀਂ ਆਈਸੋਪ੍ਰੋਪਾਈਲ ਬੈਂਜ਼ੀਨ ਨੂੰ ਆਪਾਂ ਬੋਲਦੇ ਹਾਂ ਕਿਊਮੀਨ। ਜ਼ਾਈਲਿਨ ਕੀ ਹੁੰਦੀ ਹੈ? ਜਿਹਦੇ ਵਿੱਚ ਦੋ ਥੋੜੇ ਮਿਥਾਈਲ ਗਰੁੱਪ ਅਟੈਚ ਹੁੰਦੇ ਨੇ। फोर्थ है थोड़ा टॉलविन। टॉलविन ਦੇ ਵਿੱਚ ਦੇਖੋ ਇਹ ਵੀ ਥੋੜਾ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਹੈ, ਬਟ ਜੋ ਥੋੜਾ ਥਰਡ ਆਪਸ਼ਨ ਹੈ ਨਾਈਟ੍ਰੋਬੈਂਜ਼ੀਨ, ਇਹਦੇ ਵਿੱਚ ਜੋ ਥੋੜਾ ਨਾਈਟ੍ਰੋ ਗਰੁੱਪ ਹੈ that is your इलेक्ट्रॉन विदड्रॉइंग। वो इलेक्ट्रॉन अपनी तरफ विदड्रॉ करेगा। तो सब तो ज्यादा स्लो रिएक्शन कौन देगा? थोड़ा थर्ड ऑप्शन। नेक्स्ट क्वेश्चन कहते इन द फॉलोइंग रिएक्शन जो थोड़ा है प्रोपाइलीन ਦੀ ਰਿਐਕਸ਼ਨ ਹੈ ਰੈੱਡ ਹੌਟ ਆਇਰਨ ਟਿਊਬ ਦੇ ਨਾਲ, ਕਹਿੰਦੇ ਪ੍ਰੋਡਕਟ ਦੇ ਵਿੱਚ ਕਿੰਨੇ ਸਿਗਮਾ ਬੌਂਡ ਪ੍ਰੈਜ਼ੈਂਟ ਨੇ ਦੱਸਣਾ ਹੈ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਪ੍ਰੋਡਕਟ ਬਣੇਗਾ ਕੀ। ਤਾਂ ਦੇਖੋ ਇੱਥੇ ਟ੍ਰਿਪਲ ਬੌਂਡ ਹੈ, ਇੱਥੇ ਕੀ ਹੈ ਤੁਹਾਡਾ ਟ੍ਰਿਪਲ ਬੌਂਡ ਹੈ। ਤਾਂ ਤੁਸੀਂ ਟ੍ਰਿਪਲ ਬੌਂਡ ਨੂੰ ਇਦਾਂ ਤਿੰਨ ਮੋਲਸ ਇਹਦੇ ਵਿੱਚ ਕੀ ਹੁੰਦੇ ਨੇ ਤੁਹਾਡੇ? ਅਟੈਚ ਹੁੰਦੇ ਨੇ। ਤਿੰਨ ਮੋਲਸ ਕੀ ਹੁੰਦੇ ਨੇ ਇਹਦੇ ਵਿੱਚ ਤੁਹਾਡੇ? ਅਟੈਚ ਹੁੰਦੇ ਨੇ। ਐਂਡ देयर विल बी अ ਫਾਰਮੇਸ਼ਨ ਆਫ योर ਸਾਈਕਲਿਕ एरोमैटिक बेंजीन रिंग ਦੀ ਫਾਰਮੇਸ਼ਨ ਹੁੰਦੀ ਹੈ। ਇੱਥੇ ਕੀ ਬਣਦੀ ਹੈ ਤੁਹਾਡੀ? ਬੈਂਜ਼ੀਨ ਰਿੰਗ ਦੀ ਫਾਰਮੇਸ਼ਨ ਹੁੰਦੀ ਹੈ। ਐਂਡ ਜੋ ਤੁਹਾਡੇ ਤਿੰਨ ਮਿਥਾਈਲ ਗਰੁੱਪ ਨੇ ਉਹ ਤੁਹਾਡੇ ਫਸਟ, ਥਰਡ ਤੇ ਫਿਫਥ ਪੋਜੀਸ਼ਨ ਤੇ ਕੀ ਹੁੰਦੇ ਨੇ? ਅਟੈਚ ਹੁੰਦੇ ਨੇ। ਐਂਡ ਇਸ ਕੰਪਾਊਂਡ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਮੈਸੀਟਾਈਲੀਨ, that is known as your ਮੈਸੀਟਾਈਲੀਨ and that occurs in the presence of your red hot iron 2। ਇਹਦੇ ਵਿੱਚ ਟੋਟਲ ਸਿਗਮਾ ਬੌਂਡ ਕਾਊਂਟ ਕਰੋ, ਦੇਖੋ 6 ਤੁਹਾਡੇ ਕਾਰਬਨ ਕਾਰਬਨ ਰਿੰਗ ਦੇ ਵਿੱਚ ਨੇ, ਪਲੱਸ देखो तीन बॉन्ड थोड़े आह वाले ने जो मिथाइल ग्रुप कार्बन कार्बन दे ने, तो तीन आह अटैच हो गए थे। हर कार्बन थोड़ा जो मिथाइल ग्रुप है वो हाइड्रोजन दे नाल तीन बॉन्ड बना रहा है। तो टोटल 3 into 3 9 बॉन्ड उत्थों आ गए ने। तो टोटल देखो किन्ने बन गए थोड़े 9 + 9 18 बॉन्ड बन गए ने। तो आंसर की बनेगा थोड़ा फोर्थ ऑप्शन। नेक्स्ट है थोड़ा दैट इज अगेन योर फ्रीडल-क्राफ्ट एसाइलेशन। देखो इत्थे की है मैं ਤੁਹਾਨੂੰ ਦੱਸਿਆ ਹੈ एनहाइड्रस AlCl3 ਕੀ ਕਰਦਾ ਹੈ ਤੁਹਾਡਾ? ਕਾਰਬੋਕੇਟਾਈਨ ਨੂੰ ਜਨਰੇਟ ਕਰਨ ਦੇ ਵਿੱਚ ਹੈਲਪ ਕਰਦਾ ਹੈ। ਤਾਂ ਇੱਥੇ ਦੇਖੋ ਕਾਰਬੋਕੇਟਾਈਨ ਕੀ ਬਣੇਗਾ ਤੁਹਾਡਾ? CH3 CH2 CH2 positive that is your primary carbocation that is quite unstable। ਤਾਂ ਇਹ ਰੀਅਰੇਂਜਮੈਂਟ ਦੇ ਵਿੱਚ ਜਾਂਦਾ ਹੈ ਜਿੱਥੇ ਤੁਹਾਡਾ ਸੈਕਿੰਡ ਨੰਬਰ ਤੋਂ ਹਾਈਡਰਾਈਡ ਸ਼ਿਫਟ ਹੁੰਦਾ ਹੈ
to form your secondary carbocation. Secondary carbocation बनता है and that will attack on your ਬੈਂਜ਼ੀਨ ਦੇ ਉੱਪਰ ਇਹ ਜਾ ਕੇ ਕੀ ਹੁੰਦਾ ਹੈ ਥੋੜਾ ਅਟੈਚ ਹੁੰਦਾ ਹੈ ਟੂ ਫਾਰਮ ਯੋਰ ਫਾਈਨਲ ਪ੍ਰੋਡਕਟ ਐਜ਼ ਯੋਰ ਆਈਸੋਪ੍ਰੋਪਾਈਲ ਬੈਂਜ਼ੀਨ, ਜਿਸ ਨੂੰ ਆਪਾਂ ਕਿਊਮੀਨ ਬੋਲਦੇ ਹਾਂ, ਜਿਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ ਕਿਊਮੀਨ ਬੋਲਦੇ ਹਾਂ। ਤਾਂ ਐਜ਼ ਪਰ ਆਪਸ਼ਨ ਤੁਹਾਡਾ ਫਸਟ ਆਪਸ਼ਨ ਤੇ ਸੈਕੰਡ ਆਪਸ਼ਨ ਕੀ ਹੋ ਜਾਂਦਾ ਹੈ, ਰਿਜੈਕਟ ਹੋ ਜਾਂਦਾ ਹੈ। ਇਸ ਤੋਂ ਬਾਅਦ ਦੇਖੋ ਕੀ ਕੀਤਾ ਹੋਇਆ ਹੈ, ਇਸ ਦੀ ਏਰੀਅਲ ਆਕਸੀਡੇਸ਼ਨ ਕੀਤੀ ਹੋਈ ਹੈ, ਦੈਟ ਇਜ਼ ਅ ਵੈਰੀ ਇੰਪੋਰਟੈਂਟ ਰਿਐਕਸ਼ਨ। ਏਰੀਅਲ ਆਕਸੀਡੇਸ਼ਨ ਦੇਖੋ ਕੀ ਹੁੰਦਾ ਹੈ ਕਿ ਜੋ ਵੀ ਤੁਹਾਡਾ ਹਾਈਡਰੋਕਾਰਬਨ ਵਾਲਾ ਪਾਰਟ ਹੈ ਉਹਦੇ ਨਾਲ ਜਿਸ ਕਾਰਬਨ ਦੇ ਨਾਲ ਉਹ ਤੁਹਾਡੀ ਬੈਂਜ਼ੀਨ ਦੇ ਨਾਲ ਅਟੈਚ ਹੁੰਦਾ ਹੈ ਉਹ ਕਾਰਬਨ ਤੁਹਾਡਾ ਡਬਲ ਬੌਂਡ ਆਕਸੀਜਨ ਚ ਕਨਵਰਟ ਹੋ ਜਾਂਦਾ ਹੈ ਐਂਡ ਜੋ ਤੁਹਾਡੇ ਬੈਂਜ਼ੀਨ ਦੇ ਜਿਸ ਕਾਰਬਨ ਦੇ ਉੱਪਰ ਤੁਹਾਡਾ ਮਿਥਾਈਲ ਜਾਂ ਤੁਹਾਡਾ ਹਾਈਡਰੋਕਾਰਬਨ ਪਾਰਟ ਅਟੈਚ ਹੁੰਦਾ ਹੈ ਉੱਥੇ ਕੀ ਲੱਗ ਜਾਂਦਾ ਹੈ ਤੁਹਾਡਾ OH ਗਰੁੱਪ ਲੱਗ ਜਾਂਦਾ ਹੈ। ਤਾਂ ਇੱਥੇ ਜੋ ਤੁਹਾਡਾ ਪ੍ਰੋਡਕਟ ਬਣਦਾ ਹੈ ਨਾਲ ਕੀ ਬਣਦਾ ਹੈ ਤੁਹਾਡਾ ਫਿਨੋਲ ਬਣਦਾ ਹੈ ਨਾਲ ਕੀ ਬਣਦਾ ਹੈ ਤੁਹਾਡਾ ਐਸੀਟੋਨ ਬਣਦਾ ਹੈ ਐਂਡ दैट इज योर फोर्थ आंसर आएगा। दैट रिएक्शन इज वेरी वेरी इंपॉर्टेंट फ्रॉम योर एग्जामिनेशन पॉइंट ऑफ व्यू। एक हेल्पिंग ਦੇ ਲਈ ਹੋਰ ਦੱਸ ਦਿਨਾ ਹਾਂ ਰਿਐਕਸ਼ਨ। ਲੈਟ ਸਪੋਜ਼ ਕਿ ਤੁਹਾਡੇ ਕੋਲ ਕੀ ਹੈ ਸਾਈਕਲੋਹੈਕਸਾइल बेंजीन है, अगर इसकी एरियल ऑक्सीडेशन करते हो ਤਾਂ प्रोडक्ट ਕੀ ਬਣੇਗਾ। देखो जिस कार्बन ਦੇ ਨਾਲ बेंजीन कार्बन ਦੇ ਨਾਲ ਤੁਹਾਡਾ ਸਾਈਕਲੋਹੈਕਸਾइल ਅਟੈਚ ਹੈ ਉੱਥੇ ਕੀ ਬਣ ਜਾਏਗਾ ਡਬਲ ਬੌਂਡ ਆਕਸੀਜਨ ਆ ਜਾਏਗਾ ਐਂਡ ਜਿਸ बेंजीन ਦੇ जिस कार्बन ਦੇ ਨਾਲ ਇਹ ਅਟੈਚ ਹੈ ਉੱਥੇ ਕੀ ਆ ਜਾਏਗਾ OH ਬਣ ਜਾਏਗਾ। ਤਾਂ your final product will be your phenol plus cyclohexanol। Next question, ਕਹਿੰਦੇ the molecule among the following that has the hybridization sp2 sp2 sp sp from the left to right। ਤਾਂ ਧਿਆਨ ਰੱਖਣਾ ਜਦੋਂ ਵੀ ਹਾਈਬ੍ਰਿਡਾਈਜੇਸ਼ਨ ਦੀ ਗੱਲ ਕਰਦੇ ਹੋ ਤਾਂ ਇਹਦੇ ਵਿੱਚ ਸਿਰਫ ਤੇ ਸਿਰਫ ਆਪਾਂ ਸਿਗਮਾ ਬੌਂਡ ਤੇ ਲੋਨ ਪੇਅਰ ਹੀ ਕਾਊਂਟ ਕਰਦੇ ਹਾਂ, ਪਾਈ ਬੌਂਡ ਨੂੰ ਆਪਾਂ ਕਾਊਂਟ ਨਹੀਂ ਕਰਦੇ ਹਾਈਬ੍ਰਿਡਾਈਜੇਸ਼ਨ ਦੇ ਵਿੱਚ। ਤਾਂ ਦੇਖੋ ਇਸ ਕਾਰਬਨ ਦੀ ਦੇਖੋ ਲੈਫਟ ਤੋਂ ਸਟਾਰਟ ਕਰਨੀ ਹੈ, ਇਸ ਕਾਰਬਨ ਚ ਦੋ ਹੀ ਸਿਗਮਾ ਨੇ दैट इज योर sp, पर स्टार्टिंग ਚ ਕੀ कहता है sp2 होना चाहिए है तो पहला ऑप्शन रिजेक्टेड है। ਇੱਥੇ ਦੇਖੋ 3 ਸਿਗਮਾ ਨੇ ਤਾਂ sp2, ਅਗੇਨ 3 ਸਿਗਮਾ ਨੇ sp2, ਇੱਥੇ ਦੇਖੋ ਦੋ ਹੀ ਸਿਗਮਾ ਨੇ ਦੋ ਪਾਈ ਬੌਂਡ ਨੇ sp, ਅਗੇਨ ਇੱਥੇ ਦੋ ਸਿਗਮਾ ਬੌਂਡ ਨੇ sp। ਤਾਂ ਆਪਣਾ ਆਨਸਰ ਕੀ ਬਣੇਗਾ ਤੁਹਾਡਾ ਸੈਕਿੰਡ ਆਪਸ਼ਨ। ਨੈਕਸਟ ਕੁਐਸਚਨ ਜੋ ਕੁਚਰੋਵ ਰਿਐਕਸ਼ਨ ਦੀ ਮੈਂ ਗੱਲ ਕਰ ਰਿਹਾ ਸੀ that is the reaction। ਇੱਥੇ ਤੁਸੀਂ H ਤੇ OH ਨੂੰ ਐਡ ਕਰਵਾਉਣਾ ਹੈ ਮਾਰਕੋਨਿਕ ਆਫ ਐਡੀਸ਼ਨ ਦੇ ਨਾਲ। ਦੇਖੋ ਪੋਜ਼ਿਟਿਵ ਪਾਰਟ ਕਿੱਥੇ ਅਟੈਚ ਕਰੇਗਾ ਜਿੱਥੇ ਜ਼ਿਆਦਾ ਹਾਈਡਰੋਜਨ ਨੇ ਐਂਡ ਨੈਗੇਟਿਵ ਪਾਰਟ ਤੁਹਾਡਾ ਜਿੱਥੇ ਲੈਸ ਹਾਈਡਰੋਜਨ ਨੇ। ਤਾਂ ਫਸਟ ਦੇਖੋ ਪ੍ਰੋਡਕਟ ਕੀ ਬਣੇਗਾ, ਇੱਥੇ ਬਣ ਜਾਏਗਾ OH ਡਬਲ ਬੌਂਡ CH2 ਐਂਡ that is your enol form। ਇਹ ਕੀ ਕਰੇਗਾ ਤੁਹਾਡੇ ਟੋਟੋਮਰਾਈਜੇਸ਼ਨ ਚ ਜਾਏਗਾ, ਜਿੱਦਾਂ ਹੀ ਟੋਟੋਮਰਾਈਜੇਸ਼ਨ ਚ ਗਿਆ the product will be your acetone। ਪ੍ਰੋਡਕਟ ਕੀ ਬਣੇਗਾ ਤੁਹਾਡਾ एसीटोन बनेगा। तो ਇੱਥੇ ਤੁਸੀਂ ਦੇਖੋ ਕਿ ਜੋ ਤੁਹਾਡਾ ਪ੍ਰੋਡਕਟ ਸਹੀ ਹੈ that is your fourth option and that is also a very important reaction that is your Kucherov reaction, that is your Kucherov reaction। so that's all for today's topic। I hope ਤੁਹਾਨੂੰ ਸਭ ਨੂੰ ਹਾਈਡਰੋਕਾਰਬਨ ਦੇ ਕੁਐਸਚਨਸ ਕਰਕੇ ਅੱਛਾ ਲੱਗਿਆ ਹੋਵੇਗਾ। ਅਗਰ ਤੁਸੀਂ ਇਸੇ ਤਰ੍ਹਾਂ ਦੇ ਕੁਐਸਚਨਸ ਨੂੰ ਹੋਰ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਟੈਸਟ ਸੀਰੀਜ਼ ਨੂੰ ਜੁਆਇਨ ਕਰ ਸਕਦੇ ਹੋ ਜਿਸ ਦੇ ਵਿੱਚ ਟੋਟਲ ਆਪਾਂ 27 ਚੈਪਟਰਸ ਨੂੰ ਕਵਰ ਕੀਤਾ ਹੈ, ਜਿਸ ਦੇ ਵਿੱਚ ਹਰ ਇੱਕ ਕੁਐਸਚਨਸ ਨੂੰ ਕਨਸੈਪਚੁਅਲੀ ਆਪਾਂ ਕੀ ਕੀਤਾ ਹੈ ਐਕਸਪਲੇਨ ਕੀਤਾ ਹੋਇਆ ਹੈ। ਮੋਰਓਵਰ 23 ਅਗਸਤ 2022 ਨੂੰ ਆਪਣਾ ਆਰਗੈਨਿਕ ਦਾ ਕ੍ਰੈਸ਼ ਕੋਰਸ ਸਟਾਰਟ ਹੋ ਰਿਹਾ ਹੈ ਜਿਹਦੇ ਵਿੱਚ ਤੁਹਾਨੂੰ ਕੰਪਲੀਟ ਕਨਸੈਪਟਸ ਦੇ ਨਾਲ ਵਿਦ MCQ ਪ੍ਰੈਕਟਿਸ ਕਰਵਾਈ ਜਾਏਗੀ। ਕਲਾਸ ਦੇ ਵਿੱਚ ਨੋਟਸ ਵਗੈਰਾ ਪ੍ਰੋਵਾਈਡ ਕੀਤੇ ਜਾਣਗੇ ਤਾਂ ਇੰਟਰਸਟਿਡ ਸਟੂਡੈਂਟਸ ਉਹ ਕਲਾਸਿਸ ਨੂੰ ਜੁਆਇਨ ਕਰ ਸਕਦੇ ਨੇ ਫॉर मोर conceptual clarity। Stay tuned, stay blessed, happy learning।